ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ ਸੀਗਾ ਵੈਨਕੂਵਰ ਦੇ ਵਿੱਚ, ਉਹ 'ਚ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ ਰਿਟੈਲੀਏਸ਼ਨ ਦੇ ਵਿੱਚ ਭਾਰਤ ਦੇ ਇੱਕ ਆਫਿਸਰ ਨੂੰ, ਜਿਹੜਾ ਡਿਪਲੋਮੈਟ ਹੈਗਾ ਆ, ਉਹਨੂੰ ਅਸੀਂ ਇੱਥੋਂ ਐਕਸਪੈਲ ਕਰਦੇ ਹਾਂ, वापस करते हैं। मैं इसमें सिर्फ इतना कहना चाहूँगा कि मेरी अपनी इंडिविजुअल ये सोच है कि कनाडा की जस्टिन ट्रूडो साहब का ये डिप्लोमेटिक डिजास्टर है। जी दोस्तों, एक बार फिर तुहाडा बहुत बहुत स्वागत। प्रोग्राम हरजिंदर गिल शो 1350 AM ਤੇ ਇਸ ਵੇਲੇ ਸਮਾਂ ਹੋ ਚੁੱਕਿਆ 3:12। ਸਾਡਾ ਤੁਹਾਡਾ ਸਾਥ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਤੇ ਸਾਨੂੰ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੋਵੇ ਤਾਂ 905-601-1350 ਜਾਂ ਫਿਰ 6474006862 ਤੇ ਕੰਟੈਕਟ ਕੀਤਾ ਜਾ ਸਕਦਾ ਹੁੰਦਾ। ਸੋ ਜਿਵੇਂ ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਗੁਰਸ਼ਰਨ ਬੌਬੀ ਸਿੱਧੂ ਹੋਰੀ ਸਾਡੇ ਨਾਲ ਹੋਣਗੇ, ਉਹਨਾਂ ਦੇ ਨਾਲ ਅਸੀਂ ਅੱਜ ਵਿਸ਼ੇਸ਼ ਇੱਕ ਗੱਲਬਾਤ ਕਰਨੀ ਹੈ, ਜਿਹਦੇ ਵਿੱਚ ਬੀਤੇ ਕੱਲ੍ਹ ਤੋਂ ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਹੋਰਾਂ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿਹਨੂੰ ਪੋਲੀਟੀਕਲ ਹਲਕਿਆਂ ਦੇ ਵਿੱਚ ਵੀ ਜਾਂ ਓਵਰਆਲ ਜਦੋਂ ਵਰਲਡ ਲੈਵਲ ਦੀ ਇਕੋਨਮੀ ਦੇ ਤੌਰ ਦੇ ਉੱਤੇ ਜਾਂ ਪੋਲੀਟਿਕਸ ਦੇ ਤੌਰ ਦੇ ਉੱਤੇ ਇਸ ਵੇਲੇ ਇੱਕ ਬਹੁਤ ਵੱਡੀ ਖਬਰ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ। ਸੋ ਇਹਦੇ ਕੀ ਮਾਇਨੇ ਨੇ, ਕਿਸ ਤਰੀਕੇ ਦੇ ਨਾਲ ਕੈਨੇਡੀਅਨ ਪੋਲੀਟਿਕਸ ਲਈ ਜਾਂ ਫਿਰ ਓਵਰਆਲ ਅਸੀਂ ਜਦੋਂ ਸਾਡੇ ਇੱਕ ਦੂਸਰੇ ਦੇ ਦੇਸ਼ਾਂ ਦੇ ਨਾਲ ਭਾਰਤ ਦੇ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਨਾਲ, ਉਹਦੇ ਉੱਪਰ ਕੀ ਪ੍ਰਭਾਵ ਪੈ ਸਕਦੇ ਨੇ। ਜਿਹੜੀ ਇੱਕ ਦੌੜ ਵੱਖਰੀ ਤਰ੍ਹਾਂ ਦੀ ਸ਼ੁਰੂ ਹੋ ਗਈ ਹੈ, ਜਿਹੜਾ ਇੱਕ ਦੂਜੇ ਦੇ ਨਾਲ ਕਹਿ ਲਈਏ ਵੀ ਤਕਰਾਰ ਵਾਲਾ ਜਿਹੜਾ ਚਰਚਾ ਛਿੜਨਾ, ਉਹਨੂੰ ਆਮ ਲੋਕਾਂ ਲਈ ਜਾਂ ਫਿਰ ਸਾਡੇ ਆਰਥਿਕਤਾ ਦੇ ਲਈ ਜਾਂ ਫਿਰ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ, ਮੇਨ ਸਟਰੀਮ ਮੀਡੀਆ ਕਿਸ ਤਰੀਕੇ ਦੇ ਨਾਲ ਲੈ ਰਿਹਾ ਇਹਨੂੰ, ਜਾਂ ਫਿਰ ਭਾਰਤੀ ਮੀਡੀਆ ਦੇ ਵਿੱਚ ਜਾਂ ਕੈਨੇਡੀਅਨ ਜਾਂ ਐਥਨਿਕ ਮੀਡੀਆ ਦੇ ਵਿੱਚ ਇਸ ਸਟੇਟਮੈਂਟ ਦੇ ਬਾਰੇ 'ਚ ਕੀ ਅਪਡੇਟਸ ਨੇ, ਕੁਛ ਇਹਦੇ ਆਲੇ ਦੁਆਲੇ ਸਾਡੀ ਅੱਜ ਦੀ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਦੀ ਕਰਨਾ। ਉਮੀਦ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ, ਅਤੇ ਜੇ ਆਪਣੇ ਕੋਈ ਥਾਟ ਵੀ ਦੇਣੇ ਹੋਏ ਤਾਂ ਸਾਡੇ ਨਾਲ ਸਟੂਡੀਓ 'ਚ ਵੀ ਗੱਲ ਕਰ ਸਕਦੇ ਹੋਵੋਗੇ। ਸੋ 905-601-1350 905-601-1350 ਸਾਡਾ ਸਟੂਡੀਓ ਦਾ ਨੰਬਰ ਹੋਣਾ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਜੀ। ਹਰਜਿੰਦਰ ਜੀ ਸ਼ੁਕਰੀਆ, ਧੰਨਵਾਦ ਜੀ। ਸੋ ਸਰ, ਪਹਿਲਾਂ ਤਾਂ ਵੈਸੇ ਤਾਂ ਕੱਲ੍ਹ ਦੀ ਖਬਰ ਜਿਹੜੀ ਆਪਣੇ ਪ੍ਰੋਗਰਾਮ ਦੇ ਵਿੱਚ ਹੀ ਉਦੋਂ 4 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਹੈ, ਕਾਫੀ ਹੱਦ ਤੱਕ ਲੋਕਾਂ ਤੱਕ ਪਹੁੰਚ ਚੁੱਕੀ ਹੋਣੀ, ਪਰ ਤੁਸੀਂ ਥੋੜ੍ਹਾ ਜਿਹਾ ਬਰੀਫ ਕਰੋ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਦੇਖ ਰਹੇ ਹੋ ਔਰ ਕੀ ਸਟੇਟਮੈਂਟ ਦਿੱਤੀ ਗਈ ਹੈ। ਦੇਖੋ ਹਰਜਿੰਦਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੱਲ੍ਹ ਦੀ ਬੜਤ ਹੀ ਐਕਟੀਵਿਟੀ ਗਰਮ ਹੋਈ ਹੈ, ਖਾਸ ਤੌਰ 'ਤੇ ਜਦੋਂ ਅਸੀਂ ਕੈਨੇਡਾ ਤੇ ਇੰਡੀਆ ਦੇ ਟਾਈਜ਼ ਦੀ ਗੱਲ ਕਰਦੇ ਹਾਂ, ਜੋ ਇਹਨਾਂ ਸੰਬੰਧਾਂ ਦੀ ਗੱਲ ਕਰਦੇ ਹਾਂ। ਕੱਲ੍ਹ ਜਦੋਂ ਸੈਸ਼ਨ ਸ਼ੁਰੂ ਹੋਇਆ, ਨਵਾਂ ਸੈਸ਼ਨ ਦੀ ਕੱਲ੍ਹ ਸ਼ੁਰੂਆਤ ਹੋਈ, ਆਪਾਂ ਸਾਰੇ ਜਾਣਦੇ ਹਾਂ। ਲੋਕਾਂ ਦੀ ਬੜੀ ਨਜ਼ਰਾਂ ਸੀ ਇਸ ਸੈਸ਼ਨ 'ਤੇ, ਕਿਉਂਕਿ ਇੱਕ ਤਾਂ ਤੁਹਾਨੂੰ ਪਤਾ ਆ ਇਨਫਲੇਸ਼ਨ ਦੇ ਨੰਬਰ ਵੀ ਨਵੇਂ ਅੱਜ ਰਿਲੀਜ਼ ਹੋਏ ਆ, ਹੋਰ ਕਈ ਗੱਲਾਂ ਹੈਗੀਆਂ ਆ, ਅਤੇ ਪ੍ਰਾਈਮ ਮਿਨਿਸਟਰ ਟਰੂਡੋ ਆਪਣੇ G20 ਦੀ ਯਾਤਰਾ ਤੋਂ ਬਾਅਦ ਵੀ ਵਾਪਸ ਆਏ ਸੀ। ਸੋ ਲੋਕਾਂ ਦੀਆਂ ਨਜ਼ਰਾਂ ਸੀਗੀਆਂ ਕਿ ਸੈਸ਼ਨ 'ਚ ਕੀ ਹੋਣਾ ਆ। ਅਤੇ ਪ੍ਰਾਈਮ ਮਿਨਿਸਟਰ ਜਿਹੜੇ ਸਾਡੇ ਜਸਟਿਨ ਟਰੂਡੋ ਹੈਗੇ ਆ, ਉਹਨਾਂ ਨੇ ਕੱਲ੍ਹ ਪਾਰਲੀਮੈਂਟ 'ਚ ਬੋਲਦਿਆਂ, ਐਡਰੈਸ ਕਰਦਿਆਂ, ਉਹਨਾਂ ਨੇ ਇੱਕ ਬਹੁਤ ਸੀਰੀਅਸ ਐਲੀਗੇਸ਼ਨ ਇੰਡੀਆ ਦੇ ਖਿਲਾਫ ਲਾ ਦਿੱਤਾ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਏਜੰਸੀਆਂ ਦਾ ਹਵਾਲਾ ਦਿੰਦੇ ਹੋਏ ਕਿ ਉਹਨਾਂ ਨੂੰ ਇਸ ਗੱਲ 'ਤੇ ਹੈ ਕਿ ਜੋ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ ਸੀਗਾ ਵੈਨਕੂਵਰ ਦੇ ਵਿੱਚ, ਉਹ 'ਚ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਭਾਰਤੀ ਏਜੰਸੀਆਂ ਦਾ ਪੋਟੈਂਸ਼ੀਅਲ ਲਿੰਕ ਹੋਵੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਲਿੰਕ ਹੈਗਾ, ਕੋਈ ਇਹ ਫਰਮ ਦਾਅਵਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਸਾਡੇ ਹੈਗੀ ਕਿ ਉਹਨਾਂ ਦਾ ਹੋ ਸਕਦਾ ਆ। ਸੋ ਅਤੇ ਉਹ ਇਸ 'ਤੇ ਉਹਨਾਂ ਨੇ ਬਾਅਦ ਦੇ ਵਿੱਚ ਜਿਹੜੇ ਸਾਡੇ ਫੋਰਨ ਮਿਨਿਸਟਰ ਹੈਗੇ ਆ, ਉਹਨਾਂ ਨੇ ਵੀ ਇਸ ਗੱਲ ਨੂੰ ਗਾਂਹ ਤੋਰਦਿਆਂ ਹੋਇਆ ਆਪਣੇ ਐਡਰੈਸ ਵਿੱਚ ਇਹ ਗੱਲ ਕੀਤੀ ਕਿ ਪ੍ਰਾਈਮ ਮਿਨਿਸਟਰ ਟਰੂਡੋ ਇਸ ਮਾਮਲੇ 'ਚ ਪ੍ਰੈਜ਼ੀਡੈਂਟ ਬਾਈਡਨ ਅਤੇ UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨਾਲ ਵੀ ਗੱਲ ਕਰਨਗੇ ਕਿ ਜਿਹੜੇ ਇਹ ਦੋ ਦੇਸ਼ ਕੈਨੇਡਾ ਦੇ ਸਭ ਤੋਂ ਕਰੀਬੀ ਮਿੱਤਰ ਮੰਨੇ ਜਾਂਦੇ ਆ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਰਿਟੈਲੀਏਸ਼ਨ 'ਚ, ਕਿਉਂਕਿ ਸਾਡੇ ਧਰਤੀ 'ਤੇ ਸਾਡੀ ਸੋਵਰਨਟੀ 'ਤੇ ਅਟੈਕ ਹੈਗਾ ਆ, ਸਾਡੇ ਨਾਗਰਿਕਾਂ 'ਤੇ ਅਟੈਕ ਹੈਗਾ ਆ, ਅਤੇ ਅਸੀਂ ਰਿਟੈਲੀਏਸ਼ਨ ਦੇ ਵਿੱਚ ਭਾਰਤ ਦੇ ਇੱਕ ਆਫਿਸਰ ਨੂੰ, ਜਿਹੜਾ ਡਿਪਲੋਮੈਟ ਹੈਗਾ ਆ, ਉਹਨੂੰ ਅਸੀਂ ਇੱਥੋਂ ਐਕਸਪੈਲ ਕਰਦੇ ਹਾਂ, ਵਾਪਸ ਕਰਦੇ ਹਾਂ। ਅਤੇ 5 ਦਿਨਾਂ ਦੇ ਵਿੱਚ ਉਹ ਕਿ ਹੀ ਸ਼ੁਡ ਲੀਵ ਦਾ ਕੰਟਰੀ। ਅਤੇ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਕਾਫੀ ਚਰਚਾਵਾਂ ਹੋਈਆਂ ਇਸ ਇਸ਼ੂ 'ਤੇ ਪਾਰਲੀਮੈਂਟ ਦੇ ਵਿੱਚ। ਪੀਅਰ ਪੋਇਲਵਰ ਜਗਮੀਤ ਸਿੰਘ ਨੇ ਤਾਂ ਕਾਫੀ ਹਾਰਸ਼ ਲੈਂਗੁਏਜ ਵਰਤੀ ਹੈ, ਉਹ ਵੀ ਬੋਲੇ, ਅਤੇ ਉਹਨਾਂ ਨੇ ਵੀ ਇਸ ਮਾਮਲੇ ਵਿੱਚ ਸਭ ਨੇ ਹੀ ਸਹਿਮਤੀ ਪ੍ਰਗਟਾਈ ਕਿ ਕੋਈ ਵੀ ਅਗਰ ਕੈਨੇਡੀਅਨ ਦੀ ਹੱਤਿਆ ਹੁੰਦੀ ਆ ਕੈਨੇਡਾ ਦੇ ਸੋਇਲ ਦੇ ਉੱਤੇ, ਕੋਈ ਵਿਦੇਸ਼ੀ ਫੋਰਨ ਇੰਟਰਫਰੈਂਸ ਕਰਕੇ, ਉਹਦੀ ਨਿਖੇਧੀ ਹੋਣੀ ਚਾਹੀਦੀ ਹੈ। ਸੋ ਇਹੋ ਜਿਹੀ ਗੱਲਾਂ ਹੋਈਆਂ। ਅਤੇ ਅੱਜ ਖੈਰ ਪੀਅਰ ਪੋਲੀਵਰ ਦੇ ਵੱਖਰੀ ਸਟੇਟਮੈਂਟ ਆਈ, ਉਹਨਾਂ ਨਾਲ ਇਹ ਵੀ ਕਹਿਤਾ ਹੈ ਕਿ ਮੈਨੂੰ ਓਨਾ ਹੀ ਦੱਸਿਆ ਗਿਆ ਸੀ ਜਿੰਨਾ ਕਿ ਪਾਰਲੀਮੈਂਟ ਵਿੱਚ ਟਰੂਡੋ ਸਾਹਿਬ ਨੇ ਦੱਸਿਆ, ਉਸ ਤੋਂ ਜ਼ਿਆਦਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਤੇ ਨਾਲ ਉਹਨਾਂ ਨੇ ਅੱਜ ਇਹ ਵੀ ਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਅਗਰ ਪ੍ਰਾਈਮ ਮਿਨਿਸਟਰ ਕੋਲ ਸਬੂਤ ਹੈਗੇ ਆ
ਉਹ ਰਿਵੀਲ ਕਰਨਾ, ਤਾਂ ਕਿ ਇਹ ਜਿਹੜਾ ਸ਼ਸ਼ੋਪੰਚ ਹੈਗਾ, ਸਸਪੈਂਸ ਆ, ਉਹ ਐਂਡ ਹੋਵੇ। ਤੇ ਕਿਉਂਕਿ ਐਲੀਗੇਸ਼ਨ ਸੀਰੀਅਸ ਨੇ ਕਿ ਅਗਰ ਉਹਨਾਂ ਕੋਲ ਹੈਗੇ ਆ, ਉਹ ਉਹਨਾਂ ਨੂੰ ਪਬਲਿਕ ਕਰ ਦੇਣੇ ਚਾਹੀਦੇ ਆ। ਤੇ ਇਹਦੇ ਹੁਣ ਜਿਹੜਾ ਕੈਨੇਡਾ ਵਿੱਚ ਹੋਇਆ ਉਹ ਤਾਂ ਹੋਇਆ ਹੀ ਆ, ਤੇ ਬਾਅਦ ਦੇ ਵਿੱਚ ਭਾਰਤ ਨੇ ਵੀ ਰਿਟੈਲੀਏਟ ਬੜਾ ਸਟਰੋਂਗ ਕੀਤਾ ਆ। ਉਹਨਾਂ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਸੱਦ ਕੇ ਆਪਣੇ ਆਫਿਸ 'ਚ, ਅੱਜ ਫੋਰਨ ਮਿਨਿਸਟਰ ਨੇ 4 ਮਿੰਟਾਂ ਦੇ ਵਿੱਚ ਹੀ ਕਹਿੰਦੇ ਵਾਪਸ ਆ ਗਿਆ ਸੀਗੇ। ਸਿਰਫ 2-3 ਮਿੰਟ ਦੀ ਮੀਟਿੰਗ ਹੋਈ ਆ, ਉਹ 'ਚ ਉਹਨਾਂ ਨੇ ਪ੍ਰਤੀਕਰਮ ਦਿੱਤਾ ਤੇ ਕੈਨੇਡਾ ਦਾ ਇੱਕ ਡਿਪਲੋਮੈਟ ਉਹਨਾਂ ਨੇ ਭਾਰਤ ਤੋਂ ਐਕਸਪੈਲ ਕਰਤਾ ਆ, ਇਹ ਕਹਿ ਕੇ ਕਿ ਤੁਸੀਂ ਕੈਨੇਡਾ ਦੇ ਅਧਿਕਾਰੀ ਸਾਡੇ ਭਾਰਤ ਦੇ ਇੰਟਰਨਲ ਮੈਟਰਸ ਇੰਟਰਫੇਅਰ ਕਰਦੇ ਆ ਤੇ ਸਾਨੂੰ ਅਸੀਂ ਇਸ ਕਰਕੇ ਤੁਹਾਡੇ ਅਧਿਕਾਰੀ ਨੂੰ 5 ਦਿਨਾਂ ਦੇ ਵਿੱਚ ਐਕਸਪੈਲ ਉੱਥੇ ਜਾਣ ਦੇ ਹੁਕਮ ਦਿੰਦੇ, ਇੱਥੋਂ ਵਾਪਸ ਜਾਓ ਜੀ। ਸੋ ਉਹਨਾਂ ਨੇ ਵੀ ਟੈਟ ਫॉर ਟੈਟ ਵਾਲਾ ਕੰਮ ਕੀਤਾ, ਉਹਨਾਂ ਨੇ ਵੀ ਸਟਰੋਂਗ ਰਿਟੈਲੀਏਟ ਕੀਤਾ ਆ। ਤੇ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਗਵਰਨਮੈਂਟ ਆਫ ਇੰਡੀਆ ਨੇ, ਉਹਨਾਂ ਨੂੰ ਇਹ ਬਹੁਤ ਜਿਹੜੇ ਐਲੀਗੇਸ਼ਨ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਹਨੂੰ ਬੇਹੂਦਾ ਕਿਹਾ, ਅਬਸਰਡ, ਕਿ ਇਹ ਬਿਲਕੁਲ ਗਲਤ ਤੇ ਬੇਹੂਦਾ ਐਲੀਗੇਸ਼ਨ ਨੇ ਤੇ ਭਾਰਤ ਕਿਸੇ ਵੀ ਕੰਟਰੀ ਦੇ ਮੈਟਰਸ ਦੇ ਵਿੱਚ ਬਿਲਕੁਲ ਦਖਲ ਅੰਦਾਜ਼ ਨਹੀਂ ਦਿੰਦੀ। ਤੇ ਉਹਨਾਂ ਨੇ ਆਪਣਾ ਪ੍ਰਤੀਕਰਮ ਬਹੁਤ ਜ਼ਬਰਦਸਤ ਸਟਰੋਂਗ ਤਰੀਕੇ ਨਾਲ ਉਹਨਾਂ ਨੇ ਵੀ ਦਿੱਤਾ ਹੈ। ਤੇ ਇਸ ਤੋਂ ਇਲਾਵਾ ਗਾਂਹ ਆਪਾਂ ਜਾਈਏ ਕਿ ਗਾਂਹ ਹੁਣ ਕੈਨੇਡਾ ਤੇ ਜਦੋਂ ਭਾਰਤ ਦੇ ਵਿੱਚ ਇੰਨੀ ਹੋ ਗਈ, ਅੱਜ ਫੋਰਨ ਮਿਨਿਸਟਰ ਨੇ ਵੀ ਕਿਹਾ ਹੈ ਕਿ ਜਿਹੜੀ G7 ਦੀ ਮੀਟਿੰਗ ਅੱਜ ਹੈਗੀ ਆ, ਫੋਰਨ ਮਿਨਿਸਟਰਸ ਦਾ ਕੋਈ ਡਿਨਰ ਹੈਗਾ ਆ, ਕੋਈ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਹੈ, ਉਹਦੇ ਵਿੱਚ ਵੀ ਉਹ ਇਸ਼ੂ ਨੂੰ ਰੇਜ਼ ਕਰਨਗੇ। ਤੇ ਇਹ ਵੀ ਹੈ ਕਿ ਉਹਨਾਂ ਨੇ ਬਾਕੀਆਂ ਗੱਲ ਵੀ ਕੀਤੀ ਹੈ, ਜਿਵੇਂ ਦੱਸ ਰਹੇ ਆ। ਪਰ ਜਿਹੜਾ ਬਾਕੀ ਦੇਸ਼ਾਂ ਦਾ ਜੋ ਹਾਲੇ ਤੱਕ ਰਿਐਕਸ਼ਨ ਆ, ਉਹ ਮੈਂ ਦੇਖ ਰਿਹਾ ਆ, ਉਹ 'ਚ ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਤਾਂ ਆਫਿਸ ਨੇ ਇਹੀ ਕਿਹਾ ਕਿ ਸਾਨੂੰ ਕੈਨੇਡੀਅਨ ਕੰਸਰਨ ਅਸੀਂ ਭਾਰਤ ਨਾਲ ਸਾਂਝੇ ਕੀਤੇ ਆ, ਪਰ ਇਸ ਤੋਂ ਜ਼ਿਆਦਾ ਉਹਨਾਂ ਨੇ ਕੁਛ ਨਹੀਂ ਕਿਹਾ। ਉਹਨਾਂ ਨੇ ਕਿਹਾ ਕਿ ਪਰ ਉਹਨਾਂ ਨੇ ਇਸ ਤੋਂ ਜ਼ਿਆਦਾ ਕੋਈ ਗੱਲ, ਇਹੀ ਬਸ ਗੱਲ ਕੀਤੀ ਕਿ ਅਸੀਂ ਕੈਨੇਡੀਅਨ ਕੰਸਰਨ ਸ਼ੇਅਰ ਕੀਤੇ ਆ। ਤੇ ਬਾਕੀ ਜਿਹੜੇ ਬ੍ਰਿਟਿਸ਼ ਜਿਹੜੇ ਹੈਗੇ ਅਧਿਕਾਰੀ, ਉਹਦੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਜਿਹੜੀ ਉਹਨਾਂ ਦਾ ਵੀ ਸਟੇਟਮੈਂਟ ਆਹੀ ਆ ਕਿ ਕੈਨੇਡਾ ਨਾਲ ਜਿਹੜੇ ਸਾਡੇ ਉਹਦੇ ਕੰਸਰਨ ਆ, ਅਸੀਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਕੰਸਰਨ ਸ਼ੇਅਰ ਕੀਤੇ ਆ, ਪਰ ਸਾਡਾ ਜੋ ਟ੍ਰੇਡ ਡੀਲ ਚੱਲ ਰਹੀ ਹੈ ਭਾਰਤ ਦੀ, ਉਹਨੂੰ ਕੋਈ ਇਫੈਕਟ ਨਹੀਂ ਪਏਗਾ, ਉਹ ਇਸ ਤਰ੍ਹਾਂ ਹੀ ਚੱਲੇਗੀ। ਤੇ ਅਮਰੀਕਾ ਨੇ ਵੀ ਕਹਿੰਦੇ ਹੁੰਦੇ, ਕਿਉਂਕਿ ਅਮਰੀਕਾ ਸਭ ਤੋਂ ਮਹੱਤਵਪੂਰਨ ਦੇਸ਼ ਆ ਦੁਨੀਆ ਦਾ, ਕੈਨੇਡਾ ਦਾ ਸਭ ਤੋਂ ਕਰੀਬੀ ਦੋਸਤ, ਗੁਆਂਢੀ, ਉਹਨਾਂ ਨੇ ਆਪਣੀ ਸਟੇਟਮੈਂਟ ਵਿੱਚ ਇਹੀ ਕਿਹਾ ਕਿ ਜਿਹੜੇ ਕੈਨੇਡਾ ਨੇ ਜਿਹੜੇ ਐਲੀਗੇਸ਼ਨ ਲਾਏ ਕਾਫੀ ਸੀਰੀਅਸ ਨੇ ਤੇ ਉਹਦੀ ਥੋਰੋ ਇਨਵੈਸਟੀਗੇਸ਼ਨ, ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਪਰ ਉਹਨਾਂ ਨੇ ਇੰਡੀਆ ਸ਼ਬਦ ਵਰਤਣ ਤੋਂ ਪਰਹੇਜ਼ ਹੀ ਕੀਤਾ ਹੈ, ਉਹਨਾਂ ਨੇ ਇੰਡੀਆ ਸ਼ਬਦ ਆਪਣੀ ਸਟੇਟਮੈਂਟ ਵਿੱਚ ਨਹੀਂ ਵਰਤਿਆ। ਸੋ ਇਹ ਹਾਲੇ ਤੱਕ ਦਾ ਜੀ ਇਹ ਰਿਐਕਸ਼ਨ ਆ, ਇਹ ਆਲੇ ਦੁਆਲੇ ਦੁਨੀਆ ਦਾ ਕੀ ਰਿਐਕਸ਼ਨ, ਕਿਉਂਕਿ ਇਹ ਦੇਸ਼ ਵੱਡੇ 3 ਦੇਸ਼ ਮੈਂ ਤਾਂ ਕਿਹਾ ਕਿਉਂਕਿ ਸਾਡੇ ਕਰੀਬੀ ਸਾਥੀਆਂ ਵਿੱਚੋਂ ਆ, ਤੇ ਇਹ ਉਹ ਦੇਸ਼ ਨੇ ਜਿਹਨਾਂ ਦੀ ਤੁਸੀਂ ਸਾਂਝੇ ਦੋਸਤ ਵੀ ਕਹਿ ਸਕਦੇ ਆ। ਸੋ ਡਿਪਲੋਮੇਸੀ ਲੈਵਲ ਤੇ ਦੋਨੋਂ ਦੇਸ਼ਾਂ ਵਿੱਚ ਤਕਰਾਰ ਹੈ। ਇਸ ਵੇਲੇ ਰਿਸ਼ਤਿਆਂ 'ਚ ਬੜੀ ਖਟਾਸ ਹੋ ਗਈ ਹੈ ਤੇ ਅਗਾਂਹ ਕੀ ਹੋਏਗਾ ਆਉਣ ਵਾਲੇ ਦਿਨ ਹੀ ਦੱਸਣਗੇ, ਤੇ ਇਹਦਾ ਅਸਰ ਕੀ ਪਏਗਾ ਉਹ ਤੇ ਆਪਾਂ ਥੋੜ੍ਹੀ ਬਹੁਤ ਆਪਾਂ ਗੈਸ ਵਰਕ ਹੀ ਕਰ ਸਕਦੇ ਹਾਂ ਇਸ ਡਿਸਕਸ਼ਨ ਦੇ ਵਿੱਚ, ਪਰ ਇੰਨਾ ਜ਼ਰੂਰ ਹੈ ਕਿ ਇਹ ਅਸਰ ਜ਼ਰੂਰ ਪਏਗਾ ਕਿ ਜੋ ਵੀ ਇਹ ਕੁਛ ਹੋ ਰਿਹਾ ਹੈ। ਅੱਛਾ ਬਾਬਾ ਜੀ, ਮੈਂ ਬੜੇ ਧਿਆਨ ਨਾਲ ਉਹੀ ਗੱਲ ਤੁਹਾਡੀ ਵੀ ਸੁਣ ਰਿਹਾ ਸੀ, ਜਾਂ ਮੈਂ ਕੁਛ ਹੋਰ ਸਟੇਟਮੈਂਟਸ ਵੀ ਜਦੋਂ ਦੇਖਦੇ ਹਾਂ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਜਿਹੜੇ ਲੋਕ ਸਿਆਸਤ ਨੂੰ ਬਹੁਤ ਨੇੜੇ ਤੋਂ ਜਾਣਦੇ ਆ, ਉਹ ਇਸ ਗੱਲ ਨੂੰ ਬੜਾ ਇਸ ਸ਼ਸ਼ੋਪੰਜ 'ਚ ਪਏ ਹੋਏ ਨੇ ਕਿ ਕੀ ਜਸਟਿਨ ਟਰੂਡੋ ਹੋਰੀ ਸੱਚਮੁੱਚ ਇੰਨੇ ਜ਼ਿਆਦਾ ਗੁੱਸੇ 'ਚ ਨੇ ਜਾਂ ਇੰਨੇ ਜ਼ਿਆਦਾ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਕੰਸਰਨ ਨੇ ਕਿ ਉਹਨਾਂ ਨੇ ਸਿਰਫ ਸ਼ੱਕ ਦੇ ਆਧਾਰ ਦੇ ਉੱਤੇ ਏਡੀ ਵੱਡੀ ਸਟੇਟਮੈਂਟ ਦੇ ਦਿੱਤੀ ਹੈ, ਕਿ ਜਾਂ ਇਹ ਸਾਰਾ ਕੁਛ ਬਿਲਕੁਲ ਪਲੈਨਡ ਹੈ, ਤਰੀਕੇ ਨਾਲ ਹੈ, ਪੂਰੇ ਸੋਲਿਡ ਪ੍ਰੂਫ ਉਹਨਾਂ ਦੇ ਕੋਲ ਹੋਣਗੇ? ਕਿਉਂਕਿ ਅਦਰਵਾਈਜ਼ ਇੱਕ ਐਜ਼ ਏ ਲੇਮੈਨ ਵੀ ਜੇ ਆਪਾਂ ਸੋਚੀਏ ਦੇਖੀਏ ਤਾਂ ਹਰ ਬੰਦਾ ਸੋਚਦਾ ਹੈ ਕਿ ਯਾਰ ਇਹ ਸਟੇਟਮੈਂਟ ਜੇ ਕੋਈ ਦਿੱਤੀ ਗਈ ਹੈ ਤਾਂ ਫਿਰ ਉਹਨੂੰ ਜੇ ਸਬੂਤ ਨਾ ਹੋਣ, ਜੇ ਸੋਲਿਡਲੀ ਤੁਹਾਡੇ ਕੋਲ ਕੋਈ ਬੈਕਅਪ ਨਾ ਹੋਵੇ ਆਪਣੀ ਉਸ ਕਹੀ ਹੋਈ ਗੱਲ ਨੂੰ ਸਾਬਤ ਕਰਨ ਲਈ, ਤਾਂ ਬੰਦਾ ਇਸ ਤਰ੍ਹਾਂ ਗੱਲ ਨਹੀਂ ਕਰਦਾ। ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਇਹ ਅੱਧੀ ਅਧੂਰੀ ਜਿਹੜੀ ਲੱਗ ਰਹੀ ਹੈ ਕਈ ਥਾਵਾਂ ਦੇ ਉੱਤੇ ਕਿ ਭਾਈ ਅਜੇ ਤਾਂ ਸਿਰਫ ਇੱਕ ਗੱਲ ਛੱਡੀ ਗਈ ਹੈ, ਕੋਈ ਸਬੂਤ ਨਹੀਂ ਦਿੱਤਾ ਗਿਆ। ਇਹਨੂੰ ਕਿਵੇਂ ਦੇਖਦੇ ਹੋ? ਉਹਨਾਂ ਦੇ ਸ਼ਬਦ ਵਰਤੇ ਕ੍ਰੈਡੀਬਲ ਇਨਫੋਰਮੇਸ਼ਨ ਜਾਂ ਪੋਟੈਂਸ਼ੀਅਲ ਲਿੰਕਅਪ ਤੇ। ਹਾਂਜੀ, ਸੋ ਇਨਫੋਰਮੇਸ਼ਨ ਕਹਿੰਦੇ ਕ੍ਰੈਡੀਬਲ ਜਾਂ ਪੋਟੈਂਸ਼ੀਅਲ ਲਿੰਕਅਪ ਹੋ ਸਕਦੀ ਹੈ, ਪਰ ਉਹਨਾਂ ਨੇ ਖੁਦ ਵੀ ਇਹ ਦਾਅਵਾ ਨਹੀਂ ਕੀਤਾ। ਬਿਲਕੁਲ ਹੁੰਦਾ ਨਾ ਕਿ ਹਾਂ ਲਿੰਕਅਪ ਦੀ ਗੱਲ ਜ਼ਰੂਰ ਕੀਤੀ ਹੈ, ਤੇ ਬਾਕੀ ਹਾਂ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਇਹ ਪਹਿਲਾਂ ਡਿਸਕਸ਼ਨ ਜਿਹੜੀ 5 ਆਈਜ਼ ਨੇਸ਼ਨ ਹੈਗੇ ਆ, ਜਿਸ 'ਚ ਕੈਨੇਡਾ, US, UK, ਆਸਟ੍ਰੇਲੀਆ, ਨਿਊਜ਼ੀਲੈਂਡ ਆ, ਕਹਿੰਦੇ ਉਹਦੇ ਵਿੱਚ ਵੀ ਇਹ ਡਿਸਕਸ਼ਨ ਪਹਿਲਾਂ ਹੋਈ ਸੀ G20 ਦੀ ਮੀਟਿੰਗ ਦੇ ਵਿੱਚ।
ਪਰ ਬਾਕੀ ਦੇਸ਼ਾਂ ਨੇ ਕਿਸੇ ਨੇ ਵੀ ਕੋਈ ਕੈਨੇਡਾ ਦੀ ਮਦਦ ਨਹੀਂ ਕੀਤੀ ਜਾਂ ਕੈਨੇਡੀਅਨ ਜਿਹੜੇ ਹੈਗੇ ਸਾਈਡ ਉਹਨੂੰ ਸੈਟਿਸਫਾਈ ਨਹੀਂ ਕਰ ਸਕੇ ਕਿ ਕਿੱਦਾਂ ਕਿ ਇਹ ਗੱਲ ਹੈਗੀ ਆ। ਫਿਰ ਜਦੋਂ ਭਾਰਤ ਟਰੂਡੋ ਸਾਹਿਬ ਗਏ ਆ, ਇਹਨਾਂ ਨੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਨਾਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਜਿਵੇਂ ਕੱਲ੍ਹ ਉਹਨਾਂ ਨੇ ਕਿਹਾ, ਪਰ ਉੱਥੇ ਵੀ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਮੋਦੀ ਨੇ ਵੀ ਉੱਥੇ ਇਸ ਗੱਲ ਨੂੰ ਰਿਵੋਕ ਕਰਤਾ ਕਿ ਬਿਲਕੁਲ ਇਹ ਗੱਲ ਨਹੀਂ ਹੈਗੀ। ਉਹਨਾਂ ਨੇ ਨਾ ਕਰਤੀ ਕਿ ਸਾਡਾ ਕੋਈ ਨਹੀਂ ਗੱਲ ਹੈਗੀ, ਤੇ ਉਹਨਾਂ ਨੇ ਮੁੱਢਲੇ ਤੌਰ ਤੇ ਇਨਕਾਰ ਕੀਤਾ ਕਿ ਇਹੋ ਜਿਹੀ ਕੋਈ ਗੱਲ ਭਾਰਤ ਦੀ ਸ਼ਮੂਲੀਅਤ ਨਹੀਂ ਹੈਗੀ। ਹਾਂਜੀ, ਤੇ ਹੁਣ ਇਹਨਾਂ ਨੇ ਟਰੂਡੋ ਸਾਹਿਬ ਨੇ ਜੋ ਪਾਰਲੀਮੈਂਟ ਵੀ ਤਾਂ ਗੱਲ ਕੀਤੀ ਹੈ, ਨਾਲ ਉਹਨਾਂ ਨੇ ਜਿਹੜੇ ਬਾਕੀ ਮੁਲਕਾਂ ਨਾਲ ਵੀ ਗੱਲ ਕੀਤੀ ਆ ਕਿ ਜਦੋਂ ਤੁਸੀਂ ਏਡੀ ਵੱਡੀ ਗੱਲ ਹੈਗੀ ਆ, ਅਗਰ ਇਹਨਾਂ ਕੋਲ ਕੁਛ ਇਹੋ ਜਿਹੇ ਸਬੂਤ ਬਹੁਤ ਹੈਗੇ ਆ ਜਿਹੜੇ, ਉਹ ਮੈਨੂੰ ਲੱਗਦਾ ਕਿ ਫਿਰ ਉਹਨਾਂ ਨੂੰ ਘੱਟੋ ਘੱਟ US ਜਾਂ UK ਜਿਹੜੇ ਸਾਡੇ ਸਾਥੀ ਮੁਲਕ ਨੇ ਉਹਨਾਂ ਦੀਆਂ ਏਜੰਸੀਜ਼ ਨਾਲ ਜਾਂ ਉਹਨਾਂ ਦੀਆਂ ਸਰਕਾਰਾਂ ਨਾਲ ਜ਼ਰੂਰ ਸਾਂਝੇ ਕਰ ਲੈਣੇ ਚਾਹੀਦੇ ਆ, ਤਾਂ ਕਿ ਜਿਹੜਾ ਇਹ ਨਾ ਲੱਗੇ ਕਿ ਕੈਨੇਡਾ ਇਕੱਲਾ ਆਈਸੋਲੇਟਡ ਹੋ ਗਿਆ ਹੈ ਐਡਾ ਵੱਡਾ ਐਲੀਗੇਸ਼ਨ ਲਾ ਕੇ। ਇਸ ਵੇਲੇ ਇਹ ਲੱਗਦਾ ਕਿ ਇਹਨਾਂ ਨੇ ਐਲੀਗੇਸ਼ਨ ਲਾਇਆ ਆ, ਇਹਨਾਂ ਨੇ ਗੱਲ ਕੀਤੀ ਆ, ਪਰ ਬਾਕੀ ਕੋਈ ਵੀ ਮੁਲਕ ਇਹਨਾਂ ਦਾ ਹਲੇ ਸਾਥ ਨਹੀਂ ਦੇ ਰਿਹਾ ਕਿਉਂਕਿ ਉਹਨਾਂ ਨੂੰ ਹਲੇ ਇਹ ਸੈਟਿਸਫਾਈ ਨਹੀਂ ਕਰ ਸਕੇ ਕਿ ਕਹਿੰਦੇ ਹੁੰਦੇ ਕਿ ਕਿੰਨੀ ਕੁ ਭਾਰਤ ਦੀ ਸ਼ਮੂਲੀਅਤ ਹੈਗੀ ਆ। ਪਰ ਬਾਬੂ ਜੀ ਸੇਮ ਟਾਈਮ ਤੇ ਮੈਂ ਪੁੱਛਣਾ ਤਾਈਓ ਕਹਿੰਦਾ ਪੀਅਰ ਪੋਲੀਵਰ ਦਾ ਜਿਹੜੇ ਅੱਜ ਸਟੇਟਮੈਂਟ ਆ, ਉਹਨਾਂ ਦੀ ਉਹ ਤਾਈਓ ਜ਼ਿਆਦਾ ਸੈਂਸ ਮੇਕ ਕਰਦੀ ਕਿਉਂਕਿ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਅਗਰ ਕੋਈ ਪ੍ਰਾਈਮ ਮਿਨਿਸਟਰ ਕੋਲ ਇਨਫੋਰਮੇਸ਼ਨ ਹੈਗੀ ਆ, ਜੋ ਐਵੀਡੈਂਸ ਹੈਗਾ ਆ, ਉਹ ਜਨਤਕ ਕਰ ਦੇਣਾ ਚਾਹੀਦਾ ਆ, ਕਿਉਂਕਿ ਇਸ ਵੇਲੇ ਪ੍ਰਾਈਮ ਮਿਨਿਸਟਰ ਜਿਹੜੇ ਕੈਨੇਡਾ ਦੇ ਉਹ ਇਕੱਲੇ ਇੱਕ ਪਾਰਟੀ ਨੂੰ ਰੈਪਰੈਜ਼ੈਂਟ ਨਹੀਂ ਕਰ ਰਹੇ, ਪੂਰੇ ਦੇਸ਼ ਨੂੰ ਕਰ ਰਹੇ ਆ। ਸੋ ਇਹ ਹੁਣ ਦੇਸ਼ ਦੀ ਗੱਲ ਆ, ਇਹੋ ਜਿਹੇ ਅਗਰ ਕੋਈ ਇਨਫੋਰਮੇਸ਼ਨ ਹੈਗੀ ਆ ਉਹਨੂੰ ਸ਼ੇਅਰ ਕਰ ਦੇਣੀ ਚਾਹੀਦੀ ਹੈ। ਬਾਬੂ ਜੀ ਇਹੀ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਸੀਗਾ ਵੀ ਇਸ ਤਰ੍ਹਾਂ ਦਾ ਹੋ ਨਹੀਂ ਸਕਦਾ ਵੀ ਕੋਈ ਅੱਧੀ ਅਧੂਰੀ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਹੀ ਜਸਟਿਨ ਟਰੂਡੋ ਹੋਰਾਂ ਨੇ ਇਸ ਤਰ੍ਹਾਂ ਕਰ ਦਿੱਤਾ ਹੋਵੇ, ਕਿਉਂਕਿ ਸਾਰੇ ਜਿੰਨੇ ਵੀ ਪੋਲੀਟੀਕਲੀ ਲੋਕ ਅਵੇਅਰ ਨੇ ਉਹ ਇਸ ਗੱਲ ਦੇ ਲਈ ਇਹ ਗੱਲ ਦੇ ਮਜਬੂਰ ਹੋ ਗਏ ਨੇ ਸੋਚਣ ਦੇ ਲਈ ਕਿ ਇੱਦਾਂ ਤਾਂ ਹੋ ਨਹੀਂ ਸਕਦਾ ਕਿ ਜਸਟਿਨ ਟਰੂਡੋ ਹੋਰਾਂ ਨੇ ਆਪਣੇ ਉਹਨਾਂ ਦੇ ਮਨ 'ਚ ਆਇਆ ਜਾਂ ਉਹ ਇੰਡੀਆ ਦੇ ਦੌਰੇ ਦਾ ਕਰਕੇ ਉਹਨਾਂ ਦੇ ਵਿੱਚ ਮਨ ਦੇ ਵਿੱਚ ਕੋਈ ਗੁੱਸਾ ਸੀ ਅਤੇ ਆ ਕੇ ਸਟੇਟਮੈਂਟ ਦੇ ਦਿੱਤੀ। ਇਹਦੀ ਬੈਕਅਪ ਹੋਏਗੀ, ਕੋਈ ਨਾ ਕੋਈ ਇਹਦੇ ਉੱਤੇ ਸਟੱਡੀ ਕੀਤੀ ਗਈ ਹੋਏਗੀ ਪ੍ਰੋਪਰ ਸਟੇਟਮੈਂਟ ਦੀ। ਮੈਂ ਕੱਲ੍ਹ ਵੀ ਗੱਲ ਕਰਦਾ ਸੀ ਵੀ ਇੱਕ ਸਟੇਟਮੈਂਟ ਤਾਂ ਛੱਡੋ, ਇੱਕ ਵਰਡ ਜਿਹੜਾ ਇੱਕ ਸ਼ਬਦ ਵੀ ਵਰਤਣਾ ਕਿਸੇ ਇੱਦਾਂ ਦੀ ਸਟੇਟਮੈਂਟ ਦੇ ਵਿੱਚ ਉਹਨੂੰ 10 ਵਾਰੀ ਖੰਗਾਲਿਆ ਜਾਂਦਾ ਕਿ ਇਹਦਾ ਕੋਈ ਮਾਇਨਾ, ਕੋਈ ਇਹਦੀ ਇੰਟਰਪ੍ਰੀਟੇਸ਼ਨ, ਇਹਦਾ ਕੋਈ ਰਿਲੇਸ਼ਨ ਜਾਂ ਰੈਫਰੈਂਸ ਕਿਸੇ ਹੋਰ ਤਰੀਕੇ ਨਾਲ ਤਾਂ ਨਹੀਂ ਜਾ ਰਿਹਾ, ਤਾਂ ਫਿਰ ਜਾ ਕੇ ਉਹਨੂੰ ਰਿਲੀਜ਼ ਕੀਤਾ ਜਾਂਦਾ। ਸੋ ਇੱਥੇ ਇਸ ਗੱਲ ਨੂੰ ਫਿਰ ਕਿਵੇਂ ਦੇਖਦੇ ਹੋ? ਦੇਖੋ ਮੈਂ ਇਹੀ ਗੱਲ ਕਹਿਣਾ, ਦੇਖੋ ਆਪਣੇ ਰਜਿੰਦਰ ਜੀ ਉਹਨਾਂ ਨੇ ਆਪਣੇ ਸ਼ੱਕ ਦੀ ਗੱਲ ਕੀਤੀ ਹੈ, ਉਹਨਾਂ ਦੇ ਜਿਹੜਾ ਆਰੋਪ ਲਾਇਆ ਕਿ ਉਹਨਾਂ ਦੀ ਹੋ ਸਕਦੀ ਸ਼ਮੂਲੀਅਤ ਹੋ ਸਕਦੀ ਆ, ਪਰ ਜਿਹੜਾ ਐਜ਼ ਐਵੀਡੈਂਸ ਦੀ ਗੱਲ ਹੈਗੀ ਆ ਉਹ ਸ਼ਾਇਦ ਆਮ ਪਬਲਿਕ ਨੂੰ ਤਾਂ ਨਾ ਦੇਣ, ਕਈ ਰੀਜ਼ਨ ਹੁੰਦੇ ਨੇ ਕਿਉਂਕਿ ਸਿਕਿਉਰਿਟੀ ਗੱਲਾਂ ਹੁੰਦੀਆਂ ਆ, ਪਰ ਘੱਟੋ ਘੱਟ ਮੈਂ ਮੰਨਦਾ ਆ ਕਿ ਆਪਣੇ ਜਿਹੜੇ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਆ ਉਹਨਾਂ ਨਾਲ ਜਾਂ ਹੋ ਰਿਹਾ ਕੁਛ ਨਾ ਕੁਛ ਤੱਕ ਉਹਨਾਂ ਨੂੰ ਕਰ ਦੇਣਾ ਚਾਹੀਦਾ। ਹਾਂ, ਜਿਹੜੀ ਗੱਲ ਆਪਾਂ ਕਰਦੇ ਹਾਂ ਕਿ ਇਹ ਆਪਾਂ ਜ਼ਰੂਰ ਮੰਨਦੇ ਹਾਂ ਕਿ ਇਹ ਜਿਹੜੀ ਚਰਚਾ ਕਿ ਇਹ ਲਿੰਕ ਹੈਗਾ ਆ, ਪਹਿਲਾਂ ਜਿਹੜਾ ਉਹਨਾਂ ਨੇ ਆਪਣਾ ਭਾਰਤ ਤੇ ਜਿਹੜੇ ਉਹਨਾਂ ਨੇ ਇਹ ਇਲਜ਼ਾਮ ਲਾਏ ਆ ਉਹ ਪਹਿਲਾਂ ਕਲੀਅਰ ਕਰ ਚੁੱਕੇ ਸੀ, ਕਿਉਂਕਿ ਟ੍ਰੇਡ ਟਾਕ ਵੀ ਉਹ ਕਹਿੰਦੇ ਸੀ ਤਾਂ ਹੀ ਉਹ ਬੰਦ ਕੀਤੀ ਸੀ ਕਿਉਂਕਿ ਜਦ ਸਾਨੂੰ ਇਹ ਇਨਫੋਰਮੇਸ਼ਨ ਆਈ ਹੈ ਕੁਛ ਇਹੋ ਜਿਹਾ ਹੈਗਾ ਆ, ਉਸ ਤੋਂ ਬਾਅਦ ਅਸੀਂ ਟ੍ਰੇਡ ਟਾਕ ਬੰਦ ਕੀਤੀ। ਤਾਂ ਹੀ ਉਹ ਕਹਿੰਦੇ ਕਿ ਜਿਹੜਾ ਅਗਲੇ ਮਹੀਨੇ ਇੱਕ ਜਾਣਾ ਸੀਗਾ ਟ੍ਰੇਡ ਮਿਸ਼ਨ ਭਾਰਤ ਉਹ ਵੀ ਕੈਂਸਲ ਕੀਤਾ ਗਿਆ ਹੈ, ਤੇ ਨਾਲ ਉਹਨੇ ਵੀ ਕਿਹਾ ਕਿ ਅਸੀਂ ਪਹਿਲਾਂ ਉਹਨਾਂ ਦੀਆਂ ਉਹਦੀ ਸਰਕਾਰ ਨੂੰ ਅਸੀਂ ਇਨਫੋਰਮ ਵੀ ਕੀਤਾ ਆ। ਈਵਨ ਫੋਰਮ ਮਿਨਿਸਟਰ ਨੇ ਵੀ ਕਿਹਾ ਕਿ ਅਸੀਂ ਉਹਨਾਂ ਨੂੰ ਆਲਰੇਡੀ ਪਹਿਲਾਂ ਵੀ ਇਨਫੋਰਮ ਕੀਤਾ ਹੈ, ਤੇ ਪ੍ਰਾਈਮ ਮਿਨਿਸਟਰ ਨੇ ਆਪਣੀ ਮੀਟਿੰਗ ਵਿੱਚ ਵੀ ਭਾਰਤ ਦੇ ਪ੍ਰਾਈਮ ਮਿਨਿਸਟਰ ਨੂੰ ਇਸ ਗੱਲ ਤੇ ਚਿੰਤਾ ਆਪਣੀ ਵਿਅਕਤ ਕੀਤੀ ਸੀ ਕਿ ਸਾਨੂੰ ਲੱਗਦਾ ਕਿ ਤੁਸੀਂ ਸਾਡੇ ਦੇਸ਼ ਵਿੱਚ ਇੰਟਰਫੇਅਰ ਕਰ ਰਹੇ ਆ। ਅੱਛਾ, ਵੱਡੀ ਗਿਣਤੀ 'ਚ ਲੋਕਾਂ ਨੂੰ ਹੁਣ ਇੱਕ ਪਾਸੇ ਜੇ ਆਪਾਂ ਥੋੜ੍ਹਾ ਜਿਹਾ ਹੁਣ ਲੋਕਾਂ ਤੱਕ ਆਈਏ, ਪਬਲਿਕ ਤੱਕ ਆਈਏ, ਜਦੋਂ ਅਸੀਂ ਅਲੱਗ-ਅਲੱਗ ਨਿਊਜ਼ ਪੋਰਟਲਸ ਵਗੈਰਾ ਦੇਖਦੇ ਹਾਂ, ਸੋਸ਼ਲ ਮੀਡੀਆ ਦੇਖਦੇ ਹਾਂ, ਕਮੈਂਟਸ। ਅੱਛਾ, ਮੈਂ ਨਾਲ ਤੁਹਾਨੂੰ ਇਹ ਵੀ ਗੱਲ ਕਰਨਾ, ਅੱਜ ਪ੍ਰਾਈਮ ਮਿਨਿਸਟਰ ਨੇ ਇੱਕ ਨਵਾਂ ਵੀ ਬਿਆਨ ਦਿੱਤਾ ਆ, ਮੈਂ ਉਹ ਭੁੱਲ ਗਿਆ ਗੱਲ ਕਰਨਾ। ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਨੂੰ ਆਨਸਰ ਚਾਹੀਦੇ ਆ, ਉਹ ਭਾਰਤ ਨੂੰ ਕਹਿੰਦੇ ਹੁੰਦੇ ਪ੍ਰਵੋਕ ਨਹੀਂ ਕਰਨਾ ਚਾਹੁੰਦੇ, ਬਸ ਇਹ ਨਹੀਂ ਚਾਹੁੰਦੇ ਇੰਡੀਆ ਪ੍ਰਵੋਕ ਹੋਵੇ, ਗੁੱਸੇ 'ਚ ਹੋਵੇ, ਪਰ ਉਹ ਆਨਸਰ ਚਾਹੁੰਦੇ ਆ ਕਿ ਇਹ ਜੋ ਪੁੱਛ ਰਹੇ ਆ ਉਹ ਸਹੀ ਆ ਜਾਂ ਗਲਤ ਹੈਗਾ ਆ। ਤੇ ਇੰਡੀਆ ਨੇ ਐਲੀਗੇਸ਼ਨ ਨੂੰ ਬਿਲਕੁਲ ਜੇ ਫਿਰ ਕਹਿ ਦੇਵਾਂ, ਉਹ ਕਹਿ ਰਹੇ ਆ ਕਿ ਇਹ ਬਿਲਕੁਲ ਇਹ ਬੇਤੁਕੇ ਐਲੀਗੇਸ਼ਨ ਨੇ, ਉਹਨਾਂ ਦਾ ਇਹੀ ਜਵਾਬ ਹੈ। ਪਰ ਲੋਕਾਂ ਦੇ ਵਿੱਚ ਹੁਣ ਜਿਹੜੇ ਨੈਰੇਟਿਵ ਜਿਸ ਤਰੀਕੇ ਦੇ ਨਾਲ ਬਾਬੂ ਜੀ ਮੈਂ ਦੇਖ ਰਿਹਾ ਸੀਗਾ ਕਿ ਦੋਨੋਂ ਸਾਈਡਸ ਤੋਂ ਹੀ ਕੋਈ ਇਹਨੂੰ ਜਸਟਿਨ ਟਰੂਡੋ ਹੋਰਾਂ ਦੀ ਇੱਕ ਬਹੁਤ ਸਿਫਤ ਕਰਦਿਆਂ ਹੋਇਆਂ, ਪਿੱਠ ਥਾਪੜਦਿਆਂ ਹੋਇਆਂ ਲੋਕਾਂ ਦੇ ਵੱਲੋਂ ਲਿਆ ਜਾ ਰਿਹਾ। ਕਈ ਥਾਵਾਂ ਦੇ ਉੱਤੇ ਇਹਨੂੰ ਬੜਾ ਇੱਕ ਬਚਕਾਨਾ ਤਰੀਕੇ ਦੇ ਨਾਲ ਵੀ, ਪੋਲੀਟੀਕਲ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਡਿਪਲੋਮੈਟਿਕ ਤਰੀਕੇ ਨਾਲ ਇਹਨੂੰ ਡਿਫਰੈਂਟਲੀ ਸੁਲਝਾਇਆ ਜਾ ਸਕਦਾ ਸੀ, ਜਿਹੜਾ ਇਸ ਤਰੀਕੇ ਦੇ ਨਾਲ ਜਿਵੇਂ ਹੁਣ ਸ਼ਾਇਦ ਉਹ ਗੱਲ ਜਿਹੜੀ ਅੱਗੇ ਤੋਂ ਅੱਗੇ ਸੁਧਰਨ ਦੀ ਜਗ੍ਹਾ
ਵਿਗੜਨ ਦੇ ਜ਼ਿਆਦਾ ਚਾਂਸ ਲੱਗ ਰਹੇ ਨੇ। ਉਸ ਗੱਲ ਦੇ ਵੀ ਆਪਣੇ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਕਮੈਂਟਸ ਲੋਕਾਂ ਦੇ ਆ ਰਹੇ ਨੇ। ਨਹੀਂ ਦੇਖੋ, ਉਹ ਤਾਂ ਜਿਸ ਤਰ੍ਹਾਂ ਦੀ ਕਿਸੇ ਦੀ ਪੋਲੀਟੀਕਲ ਸੋਚ ਹੁੰਦੀ, ਅੱਜ ਕੱਲ੍ਹ ਲੋਕੀ ਪਹਿਲਾਂ ਹੀ ਬੜੇ ਓਪੀਨੀਅਨੇਟਡ ਹੁੰਦੇ ਆ ਹਰਜਿੰਦਰ ਜੀ, ਲੋਕੀ ਪਹਿਲਾਂ ਹੀ ਸੋਚੀ ਮਨ ਬਣਾਈ ਬੈਠੇ ਹੁੰਦੇ ਆ ਕਿ ਉਹਨਾਂ ਨੇ ਕਿਸ ਇਸ਼ੂ ਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਣਾ ਆ। ਤੇ ਮੈਂ ਮੰਨਦਾ ਕਿ ਉਹਦੇ ਵਿੱਚ ਤਾਂ ਜਿਹੜੇ ਟਰੂਡੋ ਸਾਹਿਬ ਨੂੰ ਸਹੀ ਕਹਿਣਗੇ ਉਹ ਵੀ ਬਹੁਤ ਲੋਕ ਨੇ, ਜਿਹੜੇ ਗਲਤ ਕਹਿਣਗੇ ਉਹ ਵੀ ਕੁਛ ਲੋਕ ਹੋਣਗੇ। ਇੰਡੀਆ ਦੇ ਵਿੱਚ ਇਹਦੀ ਪੰਜਾਬ ਵਿੱਚ ਰਿਐਕਸ਼ਨ ਵੱਖਰੀ ਹੋਏਗੀ, ਬਾਕੀ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਰਿਐਕਸ਼ਨ ਬਿਲਕੁਲ ਵੱਖਰੀ ਹੋਏਗੀ। ਜੇ ਨੈਸ਼ਨਲਿਜ਼ਮ ਹੋਰ ਕਹਿੰਦੇ ਹੁੰਦੇ ਭਾਰੂ ਹੋਏਗੀ। ਸੋ ਹਰ ਜਗ੍ਹਾ ਇਹਦਾ ਜਿਹੜਾ ਹੈਗਾ ਆ ਇੰਟਰਪ੍ਰੀਟੇਸ਼ਨ ਜਿਹੜੀ ਹੈਗੀ ਆ ਉਹ ਵੱਖਰੀ ਹੀ ਹੋਣ ਵਾਲੀ ਆ, ਤੇ ਹਰ ਇੱਕ ਆਦਮੀ ਜਿਸ ਕੌਣ ਹੈਗਾ, ਕਿਸ ਹਿਸਾਬ ਨਾਲ ਕਿੱਥੇ ਬੈਠਾ ਆ, ਉਹੋ ਜਿਹਾ ਰਿਐਕਸ਼ਨ ਹੋਏਗਾ। ਸੋ ਦੋਸਤੋ, ਗੁਰਸ਼ਰਨ ਬੌਬੀ ਸਿੱਧੂ ਹੋਰਾਂ ਦੇ ਨਾਲ ਸਾਡੀ ਇਸ ਵੇਲੇ ਗੱਲਬਾਤ ਹੋ ਰਹੀ ਹੈ। ਸੋ ਇਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਵੱਲੋਂ ਜਿਹੜੀ ਬੀਤੇ ਕੱਲ੍ਹ ਸਟੇਟਮੈਂਟ ਦਿੱਤੀ ਗਈ ਹੈ, ਜਿਹਦੇ ਵਿੱਚ ਉਹਨਾਂ ਵੱਲੋਂ ਸ਼ੱਕ ਜਤਾਇਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਜੋ ਕਤਲ ਹੋਇਆ, ਉਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਜ਼ਿਕਰ ਕੀਤਾ ਕਿ ਸ਼ੱਕ ਹੈ ਉਹਨਾਂ ਨੂੰ ਕਿ ਉਹਨਾਂ ਦਾ ਹੱਥ ਹੋ ਸਕਦਾ। ਪਰ ਅਗੇਨ ਬੌਬੀ ਜੀ, ਮੈਂ ਇਹ ਗੱਲ ਕਰਦਾ ਕਿ ਜਦੋਂ ਇਸ ਲੈਵਲ 'ਤੇ ਕੋਈ ਡਿਸਕਸ਼ਨਸ ਹੁੰਦੀਆਂ ਨੇ, ਫਿਰ ਉਹਨੂੰ ਠੀਕ ਹੈ ਗੱਲਾਂ ਬਣਾਉਣ ਲਈ, ਘੁਮਾਉਣ ਲਈ ਵੱਖਰੇ ਵੱਖਰੇ ਤਰੀਕੇ ਦੇ ਨਾਲ ਸ਼ਬਦ ਵਰਤ ਲਏ ਜਾਂਦੇ ਨੇ, ਪਰ ਆਮ ਲੋਕਾਂ 'ਚ ਜਿਹੜੀ ਡਿਸਕਸ਼ਨ ਹੈ ਉਹ ਤਾਂ ਕਲੀਅਰ ਕੱਟ ਹੀ ਚੱਲ ਰਹੀ ਹੁੰਦੀ ਹੈ। ਹੋ ਸਕਦਾ ਬੇਸ਼ੱਕ ਅਸੀਂ ਮੀਡੀਆ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਾਂ ਜਿਹੜੀ ਪੋਲੀਟੀਕਲ ਕਰੈਕਟ ਹੋਣ ਲਈ, ਡਿਪਲੋਮੈਟਿਕਲੀ ਕਰੈਕਟ ਹੋਣ ਲਈ, ਤੇ ਤੁਸੀਂ ਆਪਣੇ ਆਪ ਨੂੰ ਜਿੱਦਾਂ ਮਰਜ਼ੀ ਪੋਜੀਸ਼ਨ ਕਰੀ ਜਾਓ, ਪਰ ਆਮ ਜਿਹੜੇ ਲੋਕਾਂ ਦੀ ਜਦੋਂ ਡਿਸਕਸ਼ਨ ਚੱਲਦੀ ਹੈ ਆਫ ਦੀ ਰੈਕਡ ਜਾਂ ਆਫ ਦੀ ਏਅਰ ਕਿਤੇ ਨਾ ਕਿਤੇ ਜਦੋਂ ਗੱਲ ਕਰਦੇ ਆ, ਉਦੋਂ ਲੋਕ ਆਪਣਾ ਪੱਕਾ ਮਨ ਬਣਾਈ ਬੈਠੇ ਆ ਕਿ ਉਹਨਾਂ ਨੂੰ ਪਤਾ ਹੈ ਜੀ ਇੱਦਾਂ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਜਿਹੜੇ ਤਾਂ ਕਹਿ ਰਹੇ ਨੇ ਕਿ ਇੱਦਾਂ ਹੋਇਆ ਹੀ ਹੈ, ਉਹ ਵੀ ਆਪਣੇ ਪ੍ਰੂਫ ਲਈ ਬੈਠੇ ਨੇ, ਤੇ ਜਿਨ੍ਹਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਯਾਰ ਬੜੀ ਬੁਖਲਾਟ ਜਿਹੀ ਵਾਲੀ ਕੰਮ ਹੈ ਦੋਨੇ ਪਾਸਿਆਂ ਤੋਂ, ਉਹਨਾਂ ਦੇ ਆਪਣੇ ਸਬੂਤ ਨਾਲ ਲਈ ਬੈਠੇ ਨੇ, ਉਹ ਰੈਫਰੈਂਸਿਸ ਜਾਂ ਆਪਣੇ ਜਸਟੀਫਿਕੇਸ਼ਨ। ਬਿਲਕੁਲ, ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤਾਈਓ ਕਹਿੰਦਾ ਕਿ ਬੈਟਰ ਇਹੀ ਹੈਗਾ ਆ, ਅਗਰ ਏਡੀ ਵੱਡੀ ਗੱਲ ਹੋਈ ਆ ਪ੍ਰਾਈਮ ਮਿਨਿਸਟਰ ਹੋਣਾ ਨੂੰ ਇਹ, ਕਿਉਂਕਿ ਕੈਨੇਡਾ ਤੇ ਭਾਰਤ ਦੀ ਜਿਹੜੀ ਹੈਗੀ ਆ, ਇੱਕ ਇਕੱਲੇ ਵਪਾਰ ਦੀ ਗੱਲ ਨਹੀਂ ਹੁੰਦੀ, ਇਕੱਲੀ ਟ੍ਰੇਡ ਦੀ ਗੱਲ ਨਹੀਂ ਹੈਗੀ, ਇੱਥੇ ਲੋਕਾਂ ਦੀ ਜ਼ਿੰਦਗੀਆਂ ਇਨਵੋਲਵਡ ਹੈਗੀਆਂ ਆ। ਦੇਖੋ, ਬਹੁਤ ਲੋਕ ਇੱਥੇ ਜਿਹੜੇ ਭਾਰਤ ਦੇ ਸਭ ਤੋਂ ਵੱਧ ਕੈਨੇਡਾ ਨਾਲ ਜਿਹੜਾ ਰਿਸ਼ਤਾ ਆ, ਉਹ ਸ਼ਾਇਦ ਮੈਨੂੰ ਲੱਗਦਾ ਉਹ ਲੋਕਾਂ ਦਾ ਆਦਾਨ ਪ੍ਰਦਾਨ ਆ। ਸਭ ਦੇਖੋ ਕਿੰਨੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਕਿੰਨੇ ਇਮੀਗ੍ਰੈਂਟਸ ਆਉਂਦੇ ਨੇ, ਕਈਆਂ ਦੇ ਪਰਿਵਾਰ ਇੱਥੇ ਨੇ, ਕਈਆਂ ਦੇ ਇੰਡੀਆ ਆ। ਸੋ ਜਿਹੜਾ ਇੰਡੀਆ ਤੇ ਕੈਨੇਡਾ ਦਾ ਰਿਲੇਸ਼ਨਸ਼ਿਪ ਆ, ਇਹਨੂੰ ਮੈਂ ਇਕੱਲਾ ਵਪਾਰ ਦੀ ਅੱਖ ਦੇ ਨਾਲ ਨਹੀਂ ਦੇਖਦਾ, ਇਹ ਲੋਕਾਂ ਦੇ ਜਜ਼ਬਾਤ ਜਿਹੜੇ ਆ ਉਹ ਵੀ ਜੁੜੇ ਹੋਏ ਨੇ। ਲੋਕਾਂ ਨੇ ਕਹਿੰਦੇ ਹੁੰਦੇ ਆਪਣੇ ਮਾਂ ਬਾਪ ਨੂੰ ਮਿਲਣਾ, ਆਪਣੇ ਹੋਰ ਸਾਡੇ ਹੋਰ ਗੱਲਾਂ, ਕਿ ਜਿਹੜੇ ਲੋਕਾਂ ਦੇ ਫੈਮਿਲੀਜ਼ ਵੀ ਇੱਥੇ ਆ, ਉੱਥੇ ਲੋਕਾਂ ਦਾ ਤਾਂ ਵੀ ਲਿੰਕ ਹੈਗਾ, ਲੋਕਾਂ ਦੇ ਆਪਣੇ ਧਾਰਮਿਕ ਸਥਾਨਾਂ ਤੇ ਜਾਣਾ, ਹੋਰ ਲੋਕਾਂ ਦੇ ਆਪਣੇ ਬਜ਼ੁਰਗ ਜਿਹੜੇ ਸੀ ਉਹਨਾਂ ਦੇ ਜਿੱਥੇ ਪਿੰਡ ਹੈਗੇ ਉੱਥੇ ਉਹਨਾਂ ਨੂੰ ਲਗਾ ਹੈਗਾ ਆ। ਸੋ ਇਹ ਰਿਸ਼ਤਾ ਜਿਹੜਾ ਆ ਬੜਾ ਜਿਹੜੇ ਨਾ ਇਹ। ਸੋ ਤੁਹਾਨੂੰ ਤੁਹਾਡੀ ਇਸ ਗੱਲ ਨੂੰ ਜੇ ਮੈਂ ਥੋੜ੍ਹਾ ਜਿਹਾ ਹੋਲਡ ਕਰਕੇ ਗੱਲ ਕਰਾਂ ਤਾਂ ਤੁਹਾਨੂੰ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੀ ਨੌਬਤ ਆ ਸਕਦੀ ਹੁੰਦੀ ਕਿ ਆਮ ਲੋਕੀ ਜਿਹੜੇ ਨੇ ਉਹ ਸਫਰ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਤੋਂ? ਹਰਜਿੰਦਰ ਜੀ, ਜਦੋਂ ਵੀ ਕਿਸੇ ਵੀ ਸਿਆਸਤ ਗਰਮਾਉਂਦੀ ਆ, ਜਦੋਂ ਵੀ ਕਿਤੇ ਵੀ ਕੋਈ ਗੱਲ ਹੁੰਦੀ ਆ, ਸਫਰ ਹਮੇਸ਼ਾ ਆਮ ਨਾਗਰਿਕ ਹੀ ਕਰਦਾ ਹੈ। ਸੋ ਇਹ ਜੋ ਵੀ ਖਟਾਸ ਹੋ ਰਹੀ ਆ, ਕਿਉਂਕਿ ਵਪਾਰ ਦੇ ਲੈਵਲ ਤੇ ਮੈਂ ਦੇਖਦਾ ਕੈਨੇਡਾ ਤੇ ਇੰਡੀਆ ਦਾ ਜਿਹੜਾ ਵਪਾਰ ਹੈ ਉਹ ਏਡੇ ਲੈਵਲ ਤੇ ਨਹੀਂ ਹੈਗਾ ਕਿ ਦੋਨਾਂ ਦੇਸ਼ਾਂ ਨੂੰ ਕੋਈ ਫਰਕ ਪੈਣਾ ਵਾ, ਨਾ ਹੀ ਇੰਡੀਆ ਨੂੰ ਪੈਣਾ, ਨਾ ਹੀ ਕੈਨੇਡਾ ਨੂੰ ਪੈਣਾ ਵਾ। ਤੇ ਹਾਂ, ਜਿੰਨਾ ਕੁ ਹੋ ਰਿਹਾ ਆ $7-8 ਬਿਲੀਅਨ ਦਾ, ਉਹ ਬੰਦ ਵੀ ਨਹੀਂ ਹੋਣਾ। ਉਹ ਤਾਂ ਜੇ ਕਿਸੇ ਨੂੰ ਇਹ ਲੱਗਦਾ ਨਾ ਕਿ 7-8 ਬਿਲੀਅਨ, ਹਾਂ ਹੋ ਸਕਦਾ ਥੋੜਾ ਵਧੇ ਹੀ ਸੋਕੇ, ਕਿਉਂਕਿ ਉਹ ਮੈਂ ਜਿਹੜੇ ਲੋਕ ਬਿਜ਼ਨਸ ਕਰਦੇ ਆ ਉਹ ਬਿਲਕੁਲ ਹੀ ਮੈਂ ਉਹਨੂੰ ਪਾਸੇ ਕਰ ਦਿੰਦਾ ਆ। ਉਹਨਾਂ ਦਾ ਕਹਿੰਦੇ ਹੋਰ ਸੋਚ ਵੱਖਰੀ ਆ, ਉਹ ਜ਼ਰੂਰਤਾਂ ਦੀ ਗੱਲ ਹੈਗੀ। ਪਰ ਹਾਂ, ਸਭ ਤੋਂ ਜ਼ਿਆਦਾ ਜਿਹੜਾ ਹੈਗਾ ਆ ਉਹ ਹੈ ਸਾਡਾ ਜਿਹੜਾ ਹਿਊਮਨ ਟੱਚ ਆ, ਜਿਹੜਾ ਸਾਡਾ ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੇ ਪਰਿਵਾਰ, ਇੱਕ ਕੋਈ ਉੱਧਰ ਆ ਕਿਸੇ ਇੱਧਰ ਆ, ਸੋ ਉਹਨਾਂ ਨੂੰ ਕਿੰਨੀ ਕੁ ਤੰਗੀ ਆ ਸਕਦੀ ਹੈ। ਇਹੋ ਜਿਹੀਆਂ ਚੀਜ਼ਾਂ ਵੱਲੋਂ ਮੈਂ ਦੇਖਦੇ ਹੋਏ ਮੰਨਦਾ ਆ ਕਿ ਉਹਦੇ ਵੱਲ ਜ਼ਰੂਰ ਕੋਈ ਉੱਥੇ ਫਰਕ ਪੈ ਸਕਦਾ। ਆਪਣੇ ਨਾਲ ਇੱਕ ਦੋ ਕਾਲਰ ਨੇ, ਆਪਾਂ ਉਹਨਾਂ ਦੀ ਕਾਲ ਵੀ ਔਨ ਏਅਰ ਕਰਦੇ ਹਾਂ, ਅਤੇ ਨਾਲ ਹੀ ਇੱਕ ਦੋ ਚੀਜ਼ਾਂ ਇਹ ਵੀ ਨੇ ਬੌਬੀ ਜੀ ਕਿ ਜਦੋਂ ਮੈਂ ਅੱਜ ਪ੍ਰੋਗਰਾਮ ਤੋਂ ਪਹਿਲਾਂ ਵੀ ਇੱਕ ਦੋ ਸੱਜਣਾਂ ਦੇ ਨਾਲ ਗੱਲ ਕਰ ਰਿਹਾ ਸੀ, ਤਾਂ ਜਿਵੇਂ ਮੈਂ ਦੋਨੋਂ ਤਰ੍ਹਾਂ ਦੇ ਵਿਚਾਰ ਹੀ ਸੁਣਨ ਨੂੰ ਮਿਲੇ ਮੈਨੂੰ। ਮੈਂ ਜਿਵੇਂ ਦੁਬਾਰਾ ਫਿਰ ਕਹਿਣ ਲੱਗਿਆ ਕਿ ਕੁਛ ਲੋਕ ਇਹਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੀ ਜਿੱਤ ਮੰਨ ਰਹੇ ਨੇ ਕਿ ਲਓ ਜੀ ਉਹਨਾਂ ਨੇ ਕਰਕੇ ਦਿਖਾਤਾ ਵੀ ਕੈਨੇਡਾ ਦੇ ਲਈ ਕੈਨੇਡੀਅਨ ਪਹਿਲਾਂ ਨੇ, ਕੈਨੇਡਾ ਦੇ ਲਈ ਹਿਊਮਨ ਰਾਈਟਸ ਪਹਿਲਾਂ ਨੇ, ਕੈਨੇਡਾ ਦੇ ਲਈ ਜਿਹੜੇ ਆਪਣੇ ਸੋਵਰਨਟੀ ਦੀ ਗੱਲ ਕਰਦੇ ਆ, ਆਪਣੀ ਪ੍ਰਭੂ ਸੱਤਾ ਦੀ ਗੱਲ ਕਰਦੇ ਆ, ਉਹ ਇੱਕ ਤਰ੍ਹਾਂ ਕਹਿੰਦੇ ਜੀ ਸਬੂਤ ਦੇ ਦਿੱਤਾ ਉਹਨਾਂ ਨੇ। ਕੁਝ ਲੋਕਾਂ ਦੇ ਵਿਚਾਰ ਇਸ ਤਰ੍ਹਾਂ ਦੇ ਡੈਫੀਨੇਟਲੀ ਉਹ ਇਸ ਗੱਲ ਨੂੰ ਬੜੀ ਸਿਫਤ ਵਾਲੇ ਰੂਪ ਦੇ ਵਿੱਚ ਗੱਲ ਕਰ ਰਹੇ ਨੇ। ਪਰ ਸੇਮ ਟਾਈਮ ਦੇ ਉੱਪਰ ਮੈਂ ਇੱਕ ਦੋ ਸੱਜਣ ਇੱਦਾਂ ਦੇ ਵੀ ਮਿਲੇ ਜਿਹੜੇ ਕਹਿੰਦੇ ਨੇ ਕਿ ਇਹ ਤਾਂ ਜੀ ਇੱਕ ਬਹੁਤ ਵੱਡਾ ਬਲੰਡਰ ਹੈ, ਇੱਕ ਬੜੀ ਵੱਡੀ ਆਉਣ ਵਾਲੇ ਸਮੇਂ ਦੇ ਲਈ ਕੈਨੇਡੀਅਨਸ ਦੇ ਲਈ ਜਾਂ ਪੋਲੀਟੀਕਲੀ ਜਾਂ ਵਰਲਡ ਲੈਵਲ ਦੇ ਉੱਪਰ ਇੱਕ
ਹੋ ਸਕਦਾ ਸੈਟਬੈਕ ਵਾਲੀ ਗੱਲ ਹੋਵੇ। ਸੋ ਇਹਨੂੰ ਆਪਾਂ ਹੋਰ ਐਲੈਬੋਰੇਟ ਕਰਦੇ ਹਾਂ, ਦੇਖਦੇ ਹਾਂ ਸਾਡੇ ਕਾਲਰ ਕੀ ਕਹਿੰਦੇ ਨੇ ਔਰ ਇਹਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਅਗਲੇ ਸਟੈਪਸ ਕੀ ਹੋਣਗੇ, ਇਹਦੇ 'ਤੇ ਵੀ ਆਪਾਂ ਜ਼ਰੂਰ ਤੁਹਾਡੇ ਕੌਮੈਂਟ ਲੈਣੇ ਚਾਹਾਂਗੇ। 2486 ਨੰਬਰ ਸਾਡੇ ਕਾਲਰ ਨੇ। ਹੋਰ ਵੀ ਸਾਡੇ ਸਰੋਤੇ ਜੇ ਗੱਲ ਕਰਨੇ ਚਾਹੁੰਦੇ ਹੋਣ ਤਾਂ 905 601 1350। ਕੀ ਸੋਚਦੇ ਹੋ ਤੁਸੀਂ, ਕਿਵੇਂ ਸੋਚਦੇ ਹੋ ਇਹ ਜਿਹੜਾ ਸਟੈਪ ਜਸਟਿਨ ਟਰੂਡੋ ਜੀ ਪ੍ਰਧਾਨ ਮੰਤਰੀ ਸਾਡੇ ਕੈਨੇਡਾ ਦੇ ਉਹਨਾਂ ਵੱਲੋਂ ਲਿਆ ਗਿਆ, ਤੁਸੀਂ ਕਿਵੇਂ ਦੇਖਦੇ ਹੋ ਕੈਨੇਡਾ ਇੰਡੀਆ ਦੇ ਰਿਲੇਸ਼ਨਸ ਨੂੰ ਲੈ ਕੇ, ਪੋਲੀਟੀਕਲੀ, ਸੋਸ਼ਲੀ, ਆਮ ਲੋਕਾਂ ਦਾ ਕਿਸ ਤਰ੍ਹਾਂ ਦਾ ਇਹਦੇ ਵਿੱਚ ਫਰਕ ਪੈ ਸਕਦਾ ਕੋਈ ਰਿਲੇਸ਼ਨਸ ਦੇ ਵਿੱਚ, ਉਹਦਾ ਜ਼ਿਕਰ ਕਰਨਾ ਹੋਵੇ ਤਾਂ 905 601 1350। ਹਾਂਜੀ, ਦੇਖਦੇ ਹਾਂ ਜੀ 2486 ਤੁਸੀਂ ਆਉਂਦੇ ਰਹੋ ਜੀ। ਕੀ ਨਾਮ ਹੈ ਤੁਹਾਡਾ? जी हरजिंदर जी, मैं राकेश तिवारी बोल रहा हूँ जी। तिवारी साहब की हाल है जी? मेरे हाल चाल बहुत बेहतर हैं और एक ऐसे महत्वपूर्ण मुद्दे पर आपने ये आज की चर्चा और बातचीत कर रहे हैं। मैं इसमें सिर्फ इतना कहना चाहूंगा कि मेरी अपनी इंडिविजुअल ये सोच है कि कनाडा की जस्टिन ट्रूडो साहब का ये डिप्लोमेटिक डिजास्टर है। ओके जी, तो ये मेरी समझ में इस लिहाज से है, ये डिप्लोमेटिक डिजास्टर इतना बड़ा इस लिहाज से है कि आप यहाँ से भारत जाते हैं, अगर आपको था ये, अगर आपके पास में एविडेंस है, बिल्कुल इंटरनेशनल जस्टिस ऑफ कोर्ट में लेके जाना चाहिए, यूनाइटेड नेशंस में लेके जाना चाहिए कि भारत का, क्योंकि बिल्कुल एक्सेप्टेबल नहीं, चाहे कनाडा भारत में करे, भारत कनाडा में करे, कोई भी इंटरनेशनली किसी भी व्यक्ति, कोई भी सरकार का हक नहीं है कि दूसरे देश की जमीन पर कोई, जिसे एक्स्ट्रा जुडिशियल किलिंग कहा जाता है, नॉट एक्सेप्टेबल। भारत ने इसका इनकार किया है। अभी अभी G20 की समिट हुई है, मुझे लगता है ये टेंशन पहले से थी। दूसरे नंबर पे साथ में इस बात का भी है कि मुझे जो गन कल्चर जो आहट में देख रहा हूँ कनाडा में, ये बहुत खतरनाक है। चाहे ब्रैम्पटन के अंदर में जब वो झांकी निकली थी इंदिरा गांधी को मारने वाली, या अभी जो है ना कई जगह पे पोस्टर्स दिख रहे हैं कि गन्स के साथ में दिख रहे हैं, वो भी गलत है। कनाडा के पास में खुद क्यूबेक जैसा बड़ा इशू है, बहुत बड़ा इशू है, सेपरेटरिज्म की बात हो रही है यहाँ पर। उसी के साथ में दूसरे नंबर पे इतनी बड़ी बात है कि अगर आपके पास प्रूफ है तो बिल्कुल सामने आइए, क्योंकि इसका मतलब है कि एक ये हम जो भारत को समझ रहे हैं कि भाई ये तो डेमोक्रेसी है वहां पर, और वहां पर तो ऐसी सरकार बैठी हुई है जो लोगों को मरवा रही, विच इज कैन नॉट बी। अभी अभी G20 में हुआ है सारा का सारा मामला जी। तो मेरा ये कहना है कि जो डिप्लोमेटिक चैनल्स हैं उनको खोलना चाहिए, उनको खोलिए। इसके बात, ये आपके पास में 2 दिन थे, आप भारत सरकार को बताएं जिस तरह से, क्योंकि दैट्स नॉट एक्सेप्टेबल। और एक दूसरे नंबर पर किन लोगों को हम कनाडा में ला रहे हैं, क्या हम ये कह रहे हैं, क्या हम या तो फिर हम खालिस्तान को सपोर्ट कर रहे हैं, तो हम खुल के खालिस्तान को कनाडा सरकार सपोर्ट करे कि हाँ भाई हम खालिस्तान को सपोर्ट करना है। क्योंकि किसी भी देश में मेरा ये मानना है कि प्रोटेस्ट फ्रीडम ऑफ स्पीच का पूरा हक है, करना चाहिए, नो प्रॉब्लम एट ऑल। वायलेंस, हिंसा एक्सेप्टेबल नहीं है, ये बिल्कुल भी गलत है। और वहां पर जो इस वक्त में आज की तारीख में पंजाब के अंदर जो बैठे होंगे वो बहुत बड़ी, वो सिख भी हैं, उनकी भी एक से है, उनका भी एक बोलना है। कैसा होगा खालिस्तान, मैं तो कहूंगा आकर के बात करके बताया जाए कैसा खालिस्तान होगा। क्या उसमें पाकिस्तान में जो पंजाब से और क्या नाम है गुरुओं से जुड़ा हुआ जो जमीन है, वो जो चीजें हैं, वो भी क्या उसमें शामिल होंगी? इस एक ब्रॉडर एस्पेक्ट है। और हिंसा तो किसी भी समस्या का समाधान नहीं है, वायलेंस नॉट। ਸੋ ਤਿਵਾੜੀ ਸਾਹਿਬ ਇਹਦੇ ਵਿੱਚ ਆਈ ਨੋ ਇਹ ਇੱਕ ਡਿਸਕਸ਼ਨ ਡਿਫਰੈਂਟ ਆਪਣੀ ਜਿੰਨੀ ਮਰਜ਼ੀ ਆਪਾਂ ਵੱਡੀ ਇਹਨੂੰ ਕਰ ਸਕਦੇ ਹਾਂ, ਪਰ ਤੁਹਾਨੂੰ ਕੀ ਲੱਗਦਾ ਕਿ ਜੇ ਇਹਨੂੰ ਡਿਪਲੋਮੈਟਿਕ ਤਰੀਕੇ ਦੇ ਉੱਪਰ ਫਿਰ ਕੀ ਟੇਕ ਹੋਣੀ ਚਾਹੀਦੀ ਸੀ, ਕਿਸ ਤਰੀਕੇ ਨਾਲ ਹੋਣਾ ਚਾਹੀਦਾ? ਫਿਰ ਆਪਾਂ ਅਗਲੀ ਕਾਲਸ ਤੇ ਚੱਲਦੇ ਹਾਂ। देखिए, मैं सीधी बात कहूंगा कि इसमें जस्टिन ट्रूडो गवर्नमेंट को जो उनके पास में डोसिए था हाई लेवल पर रखते, उनसे कहते, डिप्लोमेटिक लेवल पर इसको डील करते, उसके अंदर में अगर है तो सामने रखिए। वेयर जयशंकर कहाँ जाएंगे आपके पास में? आप बात करें उनके साथ में और सरकार को जवाब देने दें। सरकार वो कह रही कि वी डिड नॉट, सो प्रूव देम रॉन्ग। आजकल की तारीख में सोशल मीडिया का जमाना है, सारे फैक्ट्स यू कैन पुट इट। ठीक है जी, सिंपल एज दैट जी। ਠੀਕ ਹੈ ਸਰ, ਆਪਾਂ ਆਪਣੀਆਂ ਸਾਰੀਆਂ ਲਾਈਨਸ ਬਿਜ਼ੀ ਨੇ, ਆਪਾਂ ਦੇਖ ਲੈਂਦੇ ਹਾਂ ਕੀ ਕਹਿੰਦੇ ਬਾਕੀ ਸਰੋਤੇ ਵੀ। ਬਾਬੂ ਜੀ ਤੁਸੀਂ ਕੁਇਕ ਕਮੈਂਟ ਕਰ ਦਿਓ ਤਿਵਾੜੀ ਜੀ ਦੀ ਗੱਲ ਤੇ ਫਿਰ ਆਪਾਂ ਅਗਲੀ ਕਾਲ ਸਾਡੇ 8604, ਉਸ ਤੋਂ ਬਾਅਦ ਤਨਵੀਰ ਜੀ ਨੇ ਤੇ ਔਜਲਾ ਸਾਹਿਬ। ਹਾਂਜੀ ਬਾਬੂ ਜੀ। ਦੇਖੋ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਕਿਸੇ ਵੀ ਕੰਟਰੀ ਦੇ ਵਿੱਚ ਜੋ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੈ ਉਹਨੂੰ ਤੁਸੀਂ ਸਹੀ ਨਹੀਂ ਠਹਿਰਾ ਸਕਦੇ, ਪਰ ਨਾਲ ਕੋਈ ਵੀ ਦੇਸ਼ ਜਿਹੜਾ ਹੈਗਾ, ਆਪਾਂ ਜਿਸ ਦੁਨੀਆ 'ਚ ਰਹਿ ਰਹੇ ਹਾਂ, ਜ਼ਿੰਮੇਵਾਰੀ ਉਹਦੀ ਬਣਦੀ ਆ ਕਿ ਜਦੋਂ ਤੁਸੀਂ ਕਿਸੇ ਤੇ ਵੀ ਐਡਾ ਸੰਗੀਨ ਆਰੋਪ ਲਾਉਂਦੇ ਆ, ਐਲੀਗੇਸ਼ਨ ਲਾਉਂਦੇ ਆ, ਤਾਂ ਉਹ ਫਿਰ ਉਸ ਲੈਵਲ ਤੇ ਚਾਹੀਦਾ ਦੁੱਧ ਹੋਵੇ ਪਾਣੀ ਦਾ ਪਾਣੀ ਜੀ। ਅੱਜ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਡਿਸਕਸ਼ਨ ਕਰ ਰਹੇ ਹਾਂ ਸਹੀ ਕੌਣ ਆ ਗਲਤ ਕੌਣ ਆ। ਇਸ ਲੈਵਲ ਤੇ ਹੋਣਾ ਚਾਹੀਦਾ ਪਤਾ ਹੀ ਹੋਵੇ ਸਹੀ ਇਹ ਆ ਤੇ ਗਲਤ ਇਹ ਆ।
ਜਾਂ ਤਾਂ ਇਹ ਮੈਂ ਮੰਨਦਾ ਕਿ ਪ੍ਰਾਈਮ ਮਿਨਿਸਟਰ ਉਹਨਾਂ ਨੇ ਜਿਸ ਲੈਵਲ ਤੇ ਗੱਲ ਕੀਤੀ ਆ, ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਆ, ਬੜੇ ਕਹਿੰਦੇ ਰਿਸਪੌਂਸੀਬਲ ਪੋਜੀਸ਼ਨ ਤੇ ਆ, ਤੇ ਅਸੀਂ ਉਹਨਾਂ ਦੀ ਕਿਸੇ ਗੱਲ ਕਹੀ ਹੋਈ ਨੂੰ ਨੌਨ ਸੀਰੀਅਸ ਨਹੀਂ ਹੋ ਸਕਦੇ। ਪਰ ਗੱਲ ਦੇ ਨਾਲ ਇਹ ਹੈਗੀ ਆ, ਜਿਵੇਂ ਅੱਜ ਓਪੋਜੀਸ਼ਨ ਲੀਡਰ ਨੇ ਕਿਹਾ ਆ ਕਿ ਸਮਾਂ ਆ ਗਿਆ ਕਿ ਉਹਨਾਂ ਨੂੰ ਤੱਥ ਪੇਸ਼ ਕਰਨੇ ਚਾਹੀਦੇ ਆ, ਠੀਕ ਹੈ, ਤਾਂ ਕਿ ਜਿਹੜੇ ਆਮ ਕੈਨੇਡੀਅਨ ਆ ਇਹਨਾਂ 'ਚ ਨਾ ਡਿਬੇਟ ਹੋਵੇ, ਇਹਨਾਂ ਵਿੱਚ ਨਾ ਡਿਫਰੈਂਸ ਕ੍ਰੀਏਟ, ਕਿਉਂਕਿ ਇੱਕ ਨਾ ਉਹੀ ਗੱਲ ਹੈ ਬੋਬੀ ਜੀ ਕਿ ਇੱਥੇ ਇੱਕ ਤਾਂ ਹੋਰ ਹੀ ਝਮੇਲੇ ਨਹੀਂ ਮੁੱਕਦੇ। ਮੈਨੂੰ ਤਾਂ ਲੱਗਦਾ ਇੱਕ ਨਵਾਂ ਹੋਰ ਮਸਲਾ ਆਪਾਂ ਜਿਵੇਂ ਕਹੀਦਾ ਕਈ ਵਾਰੀ ਹੁਣ ਡਿਫਰੈਂਸ ਆਫ ਓਪੀਨੀਅਨ ਦੇਖੋ, ਲੋਕਾਂ ਦੇ ਵੱਖਰੇ ਵੱਖਰੇ ਓਪੀਨੀਅਨਸ ਨੇ, ਵੱਖਰੇ ਵੱਖਰੀਆਂ ਸੋਚ ਹੈਗੀਆਂ। ਜਦੋਂ ਤੁਸੀਂ ਇਹੋ ਜਿਹੀ ਗੱਲ ਕਰਦੇ ਆ ਉਹਦੇ ਨਾਲ ਲੋਕਾਂ ਵਿੱਚ ਹੋਰ ਮੈਨੂੰ ਲੱਗਦਾ ਆ ਤੁਹਾਡੇ ਵਿੱਚ ਡਿਵੀਜ਼ਨ ਵਧਣੀ ਆ। ਹਾਂ, ਤੱਥ ਪੇਸ਼ ਹੁੰਦੇ ਤੇ ਸਾਹਮਣੇ ਗੱਲ ਪੂਰੀ ਹੋਵੇ, ਉਹਦੇ ਨਾਲ ਇਹ ਹੁੰਦਾ ਹੈ ਕਿ ਜਿਹੜਾ ਵੀ ਬੰਦਾ ਹੈਗਾ ਉਹਨੂੰ ਸਾਰੇ ਜਿਹੜੇ ਲੋਕੀ ਦੇਖੋ ਸਹੀ ਨੂੰ ਸਹੀ ਕਹਿਣ ਦੀ ਜ਼ਰੂਰਤ ਰੱਖਦੇ ਆ, ਫਿਰ ਉਸ ਹਿਸਾਬ ਦੇ ਨਾਲ ਗੱਲ ਕੀਤੀ ਜਾ ਸਕਦੀ। ਆਪਾਂ ਦੇਖਦੇ ਹਾਂ ਜੀ ਸਾਡੇ ਬਾਕੀ ਕਾਲਰਸ ਕੀ ਕਹਿੰਦੇ ਨੇ। ਹਾਂਜੀ, ਨੈਕਸਟ ਕਾਲਰਸ 8604। ਹਾਂਜੀ, ਤੁਸੀਂ ਆਉਂਦੀ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਬੋਬੀ ਜੀ ਨੂੰ ਵੀ। ਹਾਂਜੀ ਸਰ, ਕੀ ਨਾਮ ਹੈ ਜੀ ਤੁਹਾਡਾ? ਨਾਮ ਦੱਸ ਦਿਓ ਇੱਕ ਵਾਰੀ। ਸੁਰਿੰਦਰ ਸਿੰਘ ਜੀ। ਜੀ ਸਰ, ਕੀ ਥਾਟਸ ਨੇ ਤੁਹਾਡੇ? ਸਰ ਜੀ, ਮੇਰਾ ਤਾਂ ਮੈਂ ਕਹਿਣ ਦਾ ਮਤਲਬ ਇਹੀ ਆ, ਜਿਹੜੀ ਨਾ ਟਰੂਡੋ ਦੀ ਸ਼ਾਖ ਬਿਲਕੁਲ ਡਿੱਗੀ ਆ, ਲਿਬਰਲ ਪਾਰਟੀ ਦੀ ਜੋ ਵੀ ਆ, ਇਹ ਉਹਨੂੰ ਮੇਨਟੇਨ ਕਰਨ ਵਾਸਤੇ ਹੱਥ ਪੈਰ ਮਾਰ ਲਏ, ਤਰਲੋ ਮੱਛੀ ਹੋ ਰਹੇ ਆ, ਤੇ ਇਹਦਾ ਕੋਈ ਹੈ ਨਹੀਂ। ਇਹ ਮੈਨੂੰ ਨਹੀਂ ਇਸ ਗੱਲ 'ਚ ਕੋਈ ਸੱਚ ਸੁੱਚ ਲੱਗਦਾ। ਇਹਨੂੰ ਹੋਊਗਾ ਸ਼ਾਇਦ ਪੋਲੀਵਰ ਕੁਛ ਥੱਲੇ ਆ ਜਾਊਗਾ ਜਾਂ ਇਹ ਹੋ ਜਾਊਗਾ। ਹੁਣ ਉਹ ਵੀ ਮਜ਼ਾ ਖਿਡਾਰੀ, ਅਗਲੇ ਨੇ ਕਹਿ ਦਿੱਤਾ ਲਾ ਵੀ ਜਿੱਦਾਂ ਬੋਬੀ ਜੀ ਕਹਿ ਕੇ ਗਏ ਆ। ਦੇਖੋ ਫੈਕਟ ਫਿਗਰ ਹੈ, ਰੱਖ ਉੱਥੇ। ਜੇ ਤੂੰ ਪਾਰਲੀਮੈਂਟ 'ਚ ਬਿਆਨ ਦੇ ਰਿਹਾ ਤਾਂ ਫਿਰ ਤੂੰ ਉੱਥੇ ਇੰਡੀਆ ਗਿਆ ਸੀ, ਉਹਨਾਂ ਨੂੰ ਵੀ ਦਿਖਾ ਕੇ ਆ, ਜਾਂ ਉਸ ਤੋਂ ਪਹਿਲਾਂ ਜਿਹਨੂੰ ਵੀ ਹੈਗੇ ਦਿਖਾ। ਜਿੱਦਾਂ ਬੋਬੀ ਜੀ ਕਹਿੰਦੇ ਵੀ ਆ, ਉਹਨਾਂ ਦੀਆਂ ਏਜੰਸੀਆਂ ਨਾਲ ਸ਼ੇਅਰ ਕਰੋ, ਸਿਗਰਟ ਕਰੋ। ਇਹ ਕੁਛ ਨਹੀਂ ਹੈ ਜੀ, ਇਹ ਐਵੇਂ ਜਿੱਦਾਂ ਅੱਗੇ ਕਈਆਂ ਗੱਲਾਂ ਤੇ ਮਾਫੀਆਂ ਮੂਫੀਆਂ ਮੰਗ ਲੈਂਦੇ ਆ, ਤੇ ਉਦਾਂ ਹੀ ਇਹਨਾਂ ਨੂੰ ਮੈਨੂੰ ਲੱਗਦਾ ਇੱਥੇ ਵੀ ਕੁਛ ਨਾ ਕੁਛ ਕਰਨਾ ਪਊਗਾ। ਇਹ ਜੋ ਸਾਡੀ ਜੱਜਮੈਂਟ ਤੁਹਾਡੀ ਵੈਸੇ ਜ਼ਿਆਦਾ ਹੋ ਸਕਦੀ, ਬੋਬੀ ਭਾਜੀ ਦੀ ਹੋਰ ਜ਼ਿਆਦਾ ਹੋ ਸਕਦੀ ਆ, ਪਰ ਓਵਰਆਲ ਇਹਦੇ ਵਿੱਚ ਕੁਛ ਨਹੀਂ ਆ। ਇਹ ਸਿਰਫ ਇੱਕ ਸਟੰਟ ਆ। ਜਗਮੀਤ ਤਾਂ ਅੱਗੇ ਹੀ ਉਹਨਾਂ ਦੇ ਨਾਲ ਹੈਗਾ ਹੈ ਨਾ, ਉਹਦੀ ਕਿਹੜੀ ਗੱਲ ਆ ਉਹ। ਹਾਂਜੀ, ਠੀਕ ਹੈ ਸੁਰਿੰਦਰ ਜੀ, ਬਹੁਤ ਮਿਹਰਬਾਨੀ। ਬਾਬੂ ਜੀ, ਇਹਨਾਂ ਨੇ ਬੜਾ ਇੱਕ ਇੰਪੋਰਟੈਂਟ ਸ਼ਬਦ ਵਰਤ ਲਿਆ ਜਿਹੜਾ ਆਪਾਂ ਇੰਡੀਅਨ ਪੋਲੀਟਿਕਸ ਦੇ ਵਿੱਚ ਅਕਸਰ ਵਰਤਦੇ ਹਾਂ, ਕਿ ਉੱਥੇ ਜਦੋਂ ਮੁੱਦਿਆਂ ਨੂੰ ਭਟਕਾਉਣਾ ਹੋਵੇ, ਲੋਕਾਂ ਨੂੰ ਧਿਆਨ ਡਾਇਵਰਟ ਕਰਨਾ ਹੋਵੇ, ਤਾਂ ਇੱਦਾਂ ਦੀ ਸਿਆਸਤ ਆਪਾਂ ਦੇਖਦੇ ਹਾਂ ਉੱਥੇ ਖੇਡੀ ਜਾਂਦੀ ਹੈ। ਕੀ ਉਹੀ ਇੱਥੇ ਵੀ ਰੂਪ ਦੇਖਣ ਨੂੰ ਮਿਲ ਸਕਦਾ? ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।